ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 32 ਦਾ ਦੂਸਰਾ ਪਾਰਟ ਲੈ ਕੇ ਆਏ ਹਾਂ। ਤੇ ਲਾਸਟ ਵੀਡੀਓ ਆਪਾਂ ਖ਼ਤਮ ਕੀਤੀ ਸੀਗੀ ਪਹਿਲੇ ਪਾਰਟ ਦੀ 15 ਨੰਬਰ ਕੁਐਸਚਨ, ਸ਼ੁੱਡ ਆ ਵਹੀਕਲ ਇਮੋਬਲਾਈਜ਼ਡ ਬਾਈ ਅ ਬ੍ਰੇਕਡਾਊਨ ਔਨ ਦਾ ਹਾਰਟ ਸ਼ੋਲਡਰ ਸਿਗਨਲ ਹਿਜ਼ ਸਿਚੁਏਸ਼ਨ ਦੇ ਉੱਪਰ ਜੀ। ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਕੱਲ੍ਹ ਕੁਝ ਫੋਟੋਜ਼ ਖਿੱਚੀਆਂ ਸੀਗੀਆਂ ਰੋਡ ਦੇ ਉੱਪਰੋਂ, ਤੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂँਗਾ। ਇਹ ਸਾਈਨ ਹੈ ਜੀ ਆਪਣਾ ਬੋਰਡ ਲੱਗਾ ਹੋਏਗਾ ਓਰਾਰੀਓ ਲੈਬੋਰਾਲ, ਮਤਲਬ ਕਿ ਵਰਕਿੰਗ ਆਰਸ, ਮਤਲਬ ਕਿ ਇੱਥੇ ਤੁਸੀਂ ਲਿਮਟਿਡ ਸਮੇਂ ਦੇ ਲਈ ਹੀ ਗੱਡੀ ਪਾਰਕ ਕਰ ਸਕਦੇ ਹੋ, ਹਮੇਸ਼ਾ ਗੱਡੀ ਪਾਰਕ ਨਹੀਂ ਕਰ ਸਕਦੇ। ਠੀਕ ਹੈ ਜੀ। ਤਾਂ ਇਸ ਨੂੰ ਕਿੱਦਾਂ ਮਾਰਕ ਕੀਤਾ ਹੋਏਗਾ ਰੋਡ ਦੇ ਉੱਪਰ। ਨੈਕਸਟ ਫੋਟੋ ਹੈ ਜੀ, ਇਹ ਦੇਖੋ ਕਰਬ ਨੂੰ ਹੈ ਜਿਹੜਾ ਨੀਲੇ ਰੰਗ ਦੇ ਨਾਲ ਇਹਨਾਂ ਨੇ ਪੇਂਟ ਕੀਤਾ ਹੋਏਗਾ, ਤਾਂ ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਕਿ ਇੱਥੇ ਮਤਲਬ ਸਾਨੂੰ ਟਾਈਮਿੰਗ ਦੇਖਣੀ ਪਏਗੀ, ਕੀ ਟਾਈਮਿੰਗ ਆ, ਅਤੇ ਅਸੀਂ ਉਹਦੇ ਅਕੋਰਡਿੰਗ ਹੀ ਗੱਡੀ ਨੂੰ ਪਾਰਕ ਕਰ ਸਕਦੇ ਹਾਂ। ਮਤਲਬ ਕਿ ਅਸੀਂ ਹਮੇਸ਼ਾ ਲਈ ਗੱਡੀ ਇੱਥੇ ਪਾਰਕ ਨਹੀਂ ਕਰ ਸਕਦੇ। ਜਦੋਂ ਇੱਥੇ ਇੱਦਾਂ ਨੀਲੇ ਰੰਗ ਦੀ ਮਾਰਕਿੰਗ ਹੋਏਗੀ, ਮੈਂ ਤੁਹਾਨੂੰ ਥੋੜ੍ਹੀ ਦੂਰੋਂ ਤੋਂ ਵੀ ਦਿਖਾ ਦਿੰਦਾ। ਦੂਰੋਂ ਜਿਵੇਂ ਤੁਸੀਂ ਆ ਰਹੇ ਹੋ ਅਤੇ ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਕਿ ਹਾਂ ਵੀ ਉੱਥੇ ਪਾਰਕਿੰਗ ਤਾਂ ਕਰ ਸਕਦੇ ਹਾਂ, ਲੇਕਿਨ ਲਿਮਟਿਡ ਸਮੇਂ ਦੇ ਲਈ ਪਾਰਕਿੰਗ ਹੈਗੀ ਹੈ। ਠੀਕ ਹੈ ਜੀ। ਕੁਐਸਚਨ ਸਾਨੂੰ ਆ ਸਕਦਾ ਹੈ ਕਿ ਮਤਲਬ ਇੱਦਾਂ ਫੋਟੋ ਦਿਖਾਈ ਹੋਏਗੀ ਤੁਹਾਨੂੰ, ਨਾਲ ਮਾਰਕਿੰਗ ਬਲੂ ਕੀਤੀ ਹੋਏਗੀ, ਅਤੇ ਪੁੱਛਿਆ ਜਾਏਗਾ ਕਿ ਇੱਥੇ ਮਤਲਬ ਕਿਸ ਚੀਜ਼ ਦੀ ਮਨਾਹੀ ਹੈ। ਤਾਂ ਉੱਥੇ ਤੁਸੀਂ ਆਨਸਰ ਕਰਨਾ ਹੈ ਕਿ ਇਹ ਲਿਮਟਿਡ ਪਾਰਕਿੰਗ ਜ਼ੋਨ ਹੈਗਾ, ਸਾਨੂੰ ਹਮੇਸ਼ਾ ਲਈ ਇੱਥੇ ਪਾਰਕਿੰਗ ਦੀ ਮਨਾਹੀ ਹੈਗੀ ਹੈ, ਪ੍ਰੋਹਿਬਿਸ਼ਨ ਹੈਗੀ ਹੈ, ਪ੍ਰੋਹਿਬਿਟਡ ਹੈਗੀ ਹੈ। ਠੀਕ ਹੈ ਜੀ, ਇੰਨੀ ਕੁ ਇਨਫੋਰਮੇਸ਼ਨ ਸੀਗੀ। ਅਤੇ ਕਰਦੇ ਹਾਂ ਜੀ ਅੱਜ ਦਾ ਟੈਸਟ ਸਟਾਰਟ। ਅਤੇ 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਡਜ਼ ਦਿਸ ਟ੍ਰੈਫਿਕ ਸਾਈਨ ਇੰਡੀਕੇਟ, ਕਿ ਜਿਹੜਾ ਆਪਾਂ ਸਾਈਨ ਦੇਖ ਰਹੇ ਹਾਂ ਟ੍ਰੈਫਿਕ ਦਾ, ਇਹ ਕੀ ਦਰਸਾ ਰਿਹਾ ਹੈ। ਆਪਸ਼ਨ ਏ ਜੀ ਦਾ ਮੈਕਸਿਮਮ ਪਰਮਿਟਡ ਸਪੀਡ, ਬੀ ਹੈਗਾ ਦਾ ਰਿਕਮੈਂਡਡ ਮਿਨੀਮਮ ਸਪੀਡ, ਅਤੇ ਸੀ ਹੈਗਾ ਦਾ ਮੈਕਸੀਮਮ ਰਿਕਮੈਂਡਡ ਸਪੀਡ ਜੀ। ਅਤੇ ਇਹਦਾ ਆਨਸਰ ਹੈ ਸਾਡੇ ਕੋਲ ਆਪਸ਼ਨ ਏ ਜੀ, ਕਿ ਜਿਹੜਾ ਇਹ ਸਾਈਨ ਹੈ ਸਾਨੂੰ ਦੱਸ ਰਿਹਾ ਹੈ ਦਾ ਮੈਕਸੀਮਮ, ਵੱਧ ਤੋਂ ਵੱਧ ਪਰਮਿਟਡ ਸਪੀਡ, ਜਿੰਨੀ ਕਿ ਸਾਨੂੰ ਆਗਿਆ ਹੈਗੀ ਚਲਾਉਣ ਦੀ, ਮਤਲਬ ਕਿ ਅਸੀਂ 120 ਦੀ ਸਪੀਡ ਹੈ ਜਿਹੜੀ, ਉਸ ਤੋਂ ਉੱਪਰ ਗੱਡੀ ਨਹੀਂ ਚਲਾ ਸਕਦੇ। ਜਦੋਂ ਇੱਦਾਂ ਗੋਲ ਰਾਊਂਡ ਦੇ ਵਿੱਚ ਰੈੱਡ ਉਹਦੀ ਪੱਟੀ ਹੋਏਗੀ ਅਤੇ ਉਹਦੇ ਵਿੱਚ ਸਪੀਡ ਲਿਖੀ ਹੋਏਗੀ, ਤਾਂ ਮਤਲਬ ਉਹ ਮੈਕਸੀਮਮ ਪਰਮਿਟਡ ਸਪੀਡ ਹੈਗੀ ਹੈ ਸਾਡੇ ਲਈ ਉਸ ਰੋਡ ਦੀ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 17 ਨੰਬਰ, ਡਰੱਗਸ ਦੈਟ ਡੂ ਨਾਟ ਨੀਡ ਆ ਪ੍ਰਸਕ੍ਰਿਪਸ਼ਨ। ਇੱਥੇ ਡਰੱਗਸ ਕਿਹਨਾਂ ਦੀ ਗੱਲ ਕਰ ਰਿਹਾ, ਦਵਾਈਆਂ ਦੀ, ਮੈਡੀਸਨ ਦੀ। ਉਹ ਕਹਿੰਦਾ ਉਹ ਡਰੱਗਸ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ। ਪ੍ਰਸਕ੍ਰਿਪਸ਼ਨ ਕੀ ਹੁੰਦਾ ਵਾ, ਜਿਹੜੀ ਆਪਾਂ ਡਾਕਟਰ ਵੱਲੋਂ ਦਵਾਈ ਲਿਖੀ ਜਾਂਦੀ ਹੈ, ਜਿਵੇਂ ਆਪਾਂ ਪੰਜਾਬੀ 'ਚ ਦੇਸੀ ਭਾਸ਼ਾ ਕਹਿੰਦੇ ਪਰਚੀ ਡਾਕਟਰ ਦੀ, ਅਤੇ ਮੈਡੀਕਲ ਵਾਲੇ ਕਹਿੰਦੇ ਕਿ ਡਾਕਟਰ ਦੀ ਪਰਚੀ ਲੈ ਕੇ ਆਓ। ਤਾਂ ਉਹ ਕਹਿੰਦਾ ਵੀ ਜਿਨ੍ਹਾਂ ਦਵਾਈਆਂ ਦੇ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ ਹੈਗੀ, ਉਹਨਾਂ ਬਾਰੇ ਗੱਲ ਕਰ ਰਿਹਾ ਹੈ। ਆਪਸ਼ਨ ਇਹਦੇ ਵਿੱਚ ਕਹਿੰਦਾ ਕੈਨ ਹੈਵ ਨੈਗੇਟਿਵ ਇਫੈਕਟਸ ਔਨ ਡਰਾਈਵਿੰਗ, ਬੀ ਹੈਗਾ ਆਰ ਨਾਟ ਡੇਂਜਰਸ ਫॉर ਡਰਾਈਵਿੰਗ, ਅਤੇ ਸੀ ਹੈਗਾ ਸ਼ੁੱਡ ਬੀ ਕੰਪਲੀਟਲੀ ਅਵੋਇਡਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਆਪਸ਼ਨ ਏ ਜੀ, ਕਿ ਇੱਦਾਂ ਦੀਆਂ ਦਵਾਈਆਂ ਜਿਨ੍ਹਾਂ ਦੀ ਕਿ ਸਾਨੂੰ ਪਰਚੀ ਦੀ ਲੋੜ ਨਹੀਂ ਹੈਗੀ, ਕੈਨ ਹੈਵ ਨੈਗੇਟਿਵ ਇਫੈਕਟਸ, ਕਿ ਉਹਨਾਂ ਦੇ ਨਕਾਰਾਤਮਕ ਪ੍ਰਭਾਵ, ਬੁਰੇ ਪ੍ਰਭਾਵ ਹੋ ਸਕਦੇ ਹੈ ਔਨ ਡਰਾਈਵਿੰਗ ਦੇ ਉੱਪਰ। ਠੀਕ ਹੈ ਜੀ। ਇਹਦੇ ਵਿੱਚ ਉਹਨਾਂ ਦਵਾਈਆਂ ਦੀ ਵੀ ਗੱਲ ਕਰਿਆ, ਜਿਵੇਂ ਆਪਾਂ ਪੈਰਾਸੀਟਾਮੋਲ ਬਿਨਾਂ ਮਤਲਬ ਹੈ ਨਾ ਘਰੇ ਰੱਖੀ ਹੁੰਦੀ, ਲੈ ਲੈਂਦੇ ਹਾਂ, ਜਾਂ ਕੋਈ ਹੋਰ ਸਿਰ ਦਰਦ ਦੀ ਦਵਾਈ, ਜਾਂ ਕੋਈ ਵੀ ਇੱਦਾਂ ਦੀ ਦਵਾਈ ਜਿਹੜੀ ਅਸੀਂ ਮੈਡੀਕਲ ਤੋਂ ਵੈਸੇ ਹੀ ਲੈ ਆਏ, ਹੈ ਨਾ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 18 ਨੰਬਰ, ਆ ਫਲੈਸ਼ਿੰਗ ਰੈੱਡ ਟ੍ਰੈਫਿਕ ਲਾਈਟ ਔਰ 2, ਕਿ ਫਲੈਸ਼ ਕਰਦੇ ਪਈਆਂ ਲਾਲ ਰੰਗ ਦੀ ਟ੍ਰੈਫਿਕ ਲਾਈਟ, ਇੱਕ ਜਾਂ ਦੋ ਅਲਟਰਨੇਟਿੰਗ ਦਾ ਮਤਲਬ ਹੁੰਦਾ ਵਾਰੀ ਵਾਰੀ, ਮਤਲਬ ਇੱਕ ਜਾਗਦੀ ਹੈ ਤਾਂ ਦੂਜੀ ਬੁੱਝ ਜਾਂਦੀ ਹੈ, ਦੂਜੀ ਬੁੱਝਦੀ ਹੈ, ਤਾਂ ਇੱਦਾਂ ਕਰਕੇ ਹੈ ਨਾ ਵਾਰੀ ਵਾਰੀ ਜਗ ਰਹੀਆਂ, ਫਲੈਸ਼ ਕਰ ਰਹੀਆਂ। ਰੈੱਡ ਟ੍ਰੈਫਿਕ ਲਾਈਟਸ ਮੀਨ, ਤਾਂ ਉਹਨਾਂ ਜਿਹੜੀਆਂ ਲਾਲ ਲਾਈਟਾਂ ਦਾ ਕੀ ਮਤਲਬ ਹੋਏਗਾ। ਠੀਕ ਹੈ ਜੀ।
ऑप्शन ए है जी टैंपरेरली नो एंट्री, बी है स्लो डाउन बिफोर कंटिन्यूइंग, तो सी है कंटिन्यू विद केयर। तो ਇਹਦਾ आंसर है जी साढ़े कोल ऑप्शन ए जी कि टैंपरेरली के मतलब थोड़ी देर ਦੇ ਲਈ नो एंट्री, इस ਥਾਂ ਦੇ ਉੱਪਰ ਐਂਟਰੀ ਨਹੀਂ ਹੈਗੀ, ਸਾਨੂੰ ਅੱਗੇ ਜਾਣ ਦੀ ਮਨਾਹੀ ਹੈਗੀ ਹੈ ਜਦੋਂ ਇੱਦਾਂ ਲਾਈਟਾਂ ਫਲੈਸ਼ ਕਰ ਰਹੀਆਂ ਹੋਣਗੀਆਂ ਵਾਰੀ ਵਾਰੀ। ਠੀਕ ਹੈ ਜੀ, ਤੇ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 19 ਨੰਬਰ, ਵਾਟ ਡਜ਼ ਦਿਸ ਸਾਈਨ ਇੰਡੀਕੇਟ, ਕਿ ਜਿਹੜਾ ਆਪਾਂ ਸਾਈਨ ਦੇਖ ਰਹੇ ਹਾਂ ਇਹ ਕੀ ਦਰਸਾ ਰਿਹਾ ਹੈ। ਆਪਸ਼ਨ ਏ ਹੈ ਜੀ ਐਂਡ ਆਫ ਸਪੀਡ ਲਿਮਿਟ, ਬੀ ਹੈ ਜੀ ਐਂਡ ਆਫ ਰਿਕਮੈਂਡਡ ਮੈਕਸਿਮਮ ਸਪੀਡ, ਅਤੇ ਸੀ ਹੈ ਜੀ ਐਂਡ ਆਫ ਓਬਲੀਗੇਟਰੀ ਮਿਨੀਮਮ ਸਪੀਡ ਜੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਇਹ ਸਾਈਨ ਦੱਸ ਰਿਹਾ ਹੈ ਕਿ ਐਂਡ ਹੋ ਗਿਆ ਹੈ ਕਾਹਦਾ, ਓਬਲੀਗੇਟਰੀ ਮਿਨੀਮਮ ਸਪੀਡ, ਮਤਲਬ ਕਿ ਜਿੰਨੀ ਜ਼ਰੂਰੀ ਸੀ ਸਾਨੂੰ ਘੱਟ ਤੋਂ ਘੱਟ ਸਪੀਡ ਇਸ ਰੋਡ ਦੇ ਉੱਪਰ ਉਸ ਸਪੀਡ ਦਾ ਹੁਣ ਐਂਡ ਹੋ ਗਿਆ, ਅੰਤ ਹੋ ਗਿਆ ਹੈ। ਇਹ ਸਾਈਨ ਤੁਹਾਨੂੰ ਕਿੱਥੇ ਦਿਖੂਗਾ ਜੀ, ਮਿਲੂਗਾ ਦੇਖਣ ਨੂੰ ਜ਼ਿਆਦਾਤਰ ਡਿਊਲ ਕੈਰੇਜਵੇ ਦੇ ਉੱਪਰ, ਮੋਟਰਵੇ ਦੇ ਉੱਪਰ ਅਤੇ ਹਾਈਵੇਜ਼ ਦੇ ਉੱਪਰ, ਮਤਲਬ ਕਿ ਜਿਨ੍ਹਾਂ ਦੀ ਸਪੀਡ 120 ਦੇ ਤਕਰੀਬਨ ਹੁੰਦੀ ਆ ਉਹਨਾਂ ਰੋਡ ਦੇ ਉੱਪਰ ਹੀ ਇਹ ਸਾਈਨ ਤੁਹਾਨੂੰ ਦੇਖਣ ਨੂੰ ਮਿਲਦਾ ਹੈਗਾ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 20 ਨੰਬਰ, ਵੈਨ ਯੂ ਆਰ ਔਨ ਆ ਮੋਟਰਸਾਈਕਲ, ਕਿ ਜਦੋਂ ਤੁਸੀਂ ਮੋਟਰਸਾਈਕਲ ਦੇ ਉੱਪਰ ਹੈਗੇ ਹੋ ਇਨ ਹੈਵੀ ਰੇਨ, ਭਾਰੀ ਮੀਂਹ ਦੇ ਵਿੱਚ, ਇਟ ਇਜ਼ ਮੈਂਡੇਟਰੀ ਟੂ, ਤਾਂ ਇਹ ਜ਼ਰੂਰੀ ਹੈ ਕਿ ਆਪਸ਼ਨ ਇਹਦੇ ਵਿੱਚ ਕਹਿੰਦਾ ਡਰਾਈਵ ਐਜ਼ ਕਲੋਜ਼ ਐਜ਼ ਪੋਸੀਬਲ ਬਿਹਾਈਂਡ ਦਾ ਪ੍ਰੋਸੀਡਿੰਗ ਵਹੀਕਲ ਫॉर ਗ੍ਰੇਟਰ ਸੇਫਟੀ ਐਂਡ ਬੈਟਰ ਵਿਜ਼ੀਬਿਲਿਟੀ, ਬੀ ਹੈ ਜੀ ਟਰਨ ਦਾ ਹਾਈ ਬੀਮ ਹੈਡਲਾਈਟਸ ਔਨ ਇਨ ਟਾਊਨ, ਅਤੇ ਸੀ ਹੈ ਜੀ ਰਿਡਿਊਸ ਸਪੀਡ ਐਂਡ ਸਟਾਪ ਇਫ ਨੈਸੈਸਰੀ ਜੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਸਾਨੂੰ ਰਿਡਿਊਸ ਸਪੀਡ ਮਤਲਬ ਕਿ ਸਪੀਡ ਘਟਾ ਲੈਣੀ ਚਾਹੀਦੀ ਹੈ, ਐਂਡ ਸਟਾਪ ਜਾਂ ਰੋਕ ਦੇਣਾ ਚਾਹੀਦਾ ਹੈ ਇਫ ਨੈਸੈਸਰੀ, ਅਗਰ ਜ਼ਰੂਰੀ ਲੱਗੇ। ਠੀਕ ਹੈ ਜੀ, ਤਾਂ ਇਸ ਕਰਕੇ ਉਹ ਕਹਿੰਦਾ ਵੀ ਜਦੋਂ ਭਾਰੀ ਮੀਂਹ ਪੈ ਰਿਹਾ ਹੋਵੇ ਤਾਂ ਮੋਟਰਸਾਈਕਲ ਵਾਲੇ ਨੂੰ ਆਪਣੀ ਸਪੀਡ ਘਟਾ ਲੈਣੀ ਚਾਹੀਦੀ ਹੈ ਜਾਂ ਫਿਰ ਰੋਕ ਹੀ ਲੈਣਾ ਚਾਹੀਦਾ ਅਗਰ ਉਹਨੂੰ ਜ਼ਰੂਰੀ ਲੱਗੇ ਤਾਂ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 21 ਨੰਬਰ, ਵਨ ਆਫ ਦਾ ਸਾਈਡ ਇਫੈਕਟਸ, ਕਿ ਇੱਕ ਬੁਰਾ ਪ੍ਰਭਾਵ ਕਾਹਦਾ, ਆਫ ਡਰਾਈਵਰ ਫਟੀਗ, ਕਿ ਅਗਰ ਡਰਾਈਵਰ ਨੂੰ ਫਟੀਗ ਮਤਲਬ ਥਕਾਵਟ ਹੈਗੀ ਹੈ ਤਾਂ ਕੀ ਹੋ ਸਕਦਾ ਹੈ। ਆਪਸ਼ਨ ਏ ਜੀ ਰਿਡਿਊਸਡ ਸਟੀਅਰਿੰਗ ਕਰੈਕਸ਼ਨ ਵੈਨ ਡਰਾਈਵਿੰਗ, ਬੀ ਹੈਗਾ ਇਨਕਰੀਜ਼ਡ ਹੀਅਰਿੰਗ ਐਬਿਲਿਟੀ, ਅਤੇ ਸੀ ਹੈ ਜੀ ਡਿਕਰੀਜ਼ਡ ਕੇਅਰਲੈਸਨੈਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਰਿਡਿਊਸ ਸਟੀਅਰਿੰਗ ਕਰੈਕਸ਼ਨ, ਮਤਲਬ ਕਿ ਜਿਹੜੀਆਂ ਤੁਸੀਂ ਸਟੀਅਰਿੰਗ ਦੇ ਉੱਪਰ ਮਤਲਬ ਡਰਾਈਵਿੰਗ ਕਰਦੇ ਹੋ, ਸਟੀਅਰਿੰਗ ਵੀਲ ਦੇ ਉੱਪਰ ਤੁਸੀਂ ਸਹੀ ਤਰੀਕੇ ਨਾਲ ਗੱਡੀ ਚਲਾ ਰਹੇ ਹੋ, ਉਹ ਘਟ ਜਾਏਗਾ, ਰਿਡਿਊਸ ਹੋ ਜਾਏਗਾ। ਠੀਕ ਹੈ ਜੀ, ਤੁਹਾਨੂੰ ਹੋਰ ਆਸਾਨ ਭਾਸ਼ਾ 'ਚ ਮੈਂ ਦੱਸ ਦਿੰਦਾ ਵਾਂ ਕਿ ਨੋਰਮਲ ਤੁਸੀਂ ਗੱਡੀ ਜਦੋਂ ਤੁਸੀਂ ਮਤਲਬ ਬਿਲਕੁਲ ਸਹੀ ਹੋ, ਤੁਹਾਨੂੰ ਕੋਈ ਫਟੀਗ ਨਹੀਂ ਹੈਗੀ, ਤੁਸੀਂ ਥੱਕੇ ਨਹੀਂ ਹੋਏ ਹੋ, ਤਾਂ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਗੱਡੀ ਚਲਾਉਂਦੇ ਹੋ, ਤੁਸੀਂ ਬਿਲਕੁਲ ਕਰੈਕਟ ਗੱਡੀ ਚਲਾਉਂਦੇ ਹੋ। ਲੇਕਿਨ ਅਗਰ ਤੁਸੀਂ ਥੱਕੇ ਹੋਏ ਹੋ, ਥਕਾਵਟ ਹੋ ਗਈ, ਤੁਹਾਨੂੰ ਫਟੀਗ ਹੋ ਗਈ ਹੈ ਜਿੱਦਾਂ ਇਸ ਕੁਐਸਚਨ 'ਚ ਕਹਿ ਰਿਹਾ, ਤਾਂ ਜਿਹੜੀਆਂ ਤੁਹਾਡੀਆਂ ਸਹੀ ਚਲਾਉਣ ਦਾ ਤਰੀਕਾ ਸੀਗਾ ਉਹ ਰਿਡਿਊਸ ਹੋ ਜਾਏਗਾ, ਘਟ ਜਾਏਗਾ, ਮਤਲਬ ਕਿ ਤੁਹਾਡੇ ਕੋਲੋਂ ਗਲਤੀ ਹੋਏਗੀ। ਦੂਜੀ ਤਰੀਕੇ ਨਾਲ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਗਲਤੀ ਹੋਏਗੀ। ਥੋੜ੍ਹਾ ਜਿਹਾ ਉਹਨੇ ਮਤਲਬ ਅਲੱਗ ਤਰੀਕੇ ਨਾਲ ਇਹਦਾ ਆਨਸਰ ਕੀਤਾ ਤਾਂ ਸਮਝਣ ਦੀ ਲੋੜ ਆ ਕਿ ਉਹ ਕਹਿ ਰਿਹਾ ਵਾ ਕਿ ਤੁਸੀਂ ਨੋਰਮਲ ਤਾਂ ਸਹੀ ਤਰੀਕੇ ਨਾਲ ਗੱਡੀ ਚਲਾ ਰਹੇ ਹੋ ਆਪਣੀ, ਤੁਹਾਡਾ ਸਾਰਾ ਕੁਛ ਕਰੈਕਟ ਹੈ, ਤੁਸੀਂ ਜਦੋਂ ਸਹੀ ਹੈਗੇ ਹੋ, ਲੇਕਿਨ ਉਹ ਫਿਰ ਜਿਹੜੀ ਕਰੈਕਟਨੈਸ ਹੈ ਤੁਹਾਡੀ ਉਹ ਘਟ ਜਾਏਗੀ ਜਦੋਂ ਤੁਸੀਂ ਫਟੀਗ ਹੋਗੇ, ਜਦੋਂ ਤੁਹਾਨੂੰ ਥਕਾਵਟ ਹੋਏਗੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਅਗਰ ਇਹ ਕੁਐਸਚਨ ਬਾਰੇ ਤੁਹਾਨੂੰ ਨਹੀਂ ਕਲੀਅਰ ਹੋਇਆ ਤਾਂ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ 'ਚ ਲਿਖਿਓ, ਮੈਂ ਇੱਕ ਵਾਰੀ ਫਿਰ ਇਹਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਦਾਂਗਾ ਅਤੇ ਇਹਦੇ ਹੋਰ ਵੀ ਜਿਵੇਂ ਮਤਲਬ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 22 ਨੰਬਰ, ਇਫ ਦੇਅਰ ਇਜ਼ ਨੋ ਸਪੈਸ਼ਲੀ ਡੈਜ਼ਿਗਨੇਟਿਡ ਰੋਡ,
कि अगर रोड के उपर कोई स्पैशल डेजिग्नेटेड रोड मतलब कि प्रॉपर ਉਹਦੇ ਲਈ रोड नहीं बनया होया और पार्ट ऑफ रोड और रोड का हिस्सा मोपेड्स की गल कर रहा है। ऑप्शन ये कहता कैन ट्रैवल ऑन अ ड्यूल कैरेज वे। बी है मस्ट ट्रैवल ऑन द शोल्डर ऑफ द रोड इफ पॉसिबल एंड सफिशिएंट। तो सी है जी कैन ट्रैवल टू अब्रेस्ट यूजिंग द मेन पार्ट ऑफ द रोडवे। तो यदा आंसर है जी साढ़े कोल ऑप्शन बी जी के मोपेड नू मस्ट ट्रैवल ऑन द शोल्डर ऑफ द रोड के चलना चाहिए है शोल्डर के उपर रोड दे इफ पॉसिबल अगर वो पॉसिबल है मतलब कि उत्थे वो चल सकता है इन्ना क मतलब चौड़ा है शोल्डर एंड सफिशिएंट और वो वाधू है मोपेड के लिए तो उन्होंने उत्थे चलना चाहिए है। ठीक है जी, तो इस करके इत्थे साडा आंसर हो गया जी ऑप्शन बी जी। नैक्सट क्वेश्चन है जी साडे कोल 23 नंबर। इफ द एनवायरमेंट ऑफ द रोड कि अगर जिहड़ा वातावरण है रोड का इज़ मोनटोनस का मतलब होंदा है कि डल जिहा बोरिंग जिहा मतलब कि आसे पासे कोई चहल पहल नहीं हैगी कोई हरियाली नहीं हैगी इदां दा कह लो रोड हैगा। एंड देयर इज़ लिटल ट्रैफिक और उस तो बाद उत्थे ट्रैफिक भी बहुत घट हैगी है लिटल हैगी है। तो की हो सकता है ऑप्शन ये कहता इट डिक्रीजिज द नंबर ऑफ डिस्ट्रैक्शंस बिहाइंड द व्हील। बी है जी इट इनक्रीजिज द एबिलिटी टू कंसनट्रेट। तो सी है जी इट इनक्रीजिज द नंबर ऑफ डिस्ट्रैक्शंस बिहाइंड द व्हील। तो यदा आंसर है जी साढ़े कोल ऑप्शन सी जी कि इदां दा रोड जिथे कि मतलब बहुती चहल पहल ना होवे डल होवे बोरिंग जा होवे तां ओह इनक्रीज़ कर दिंदा है वधा दिंदा है द नंबर ऑफ डिस्ट्रैक्शंस मतलब कि तुहाडे ध्यान भटकाउण दी गिणती वध जाती है बिहाइंड द व्हील मतलब जो तुसीं गड्डी चला रहे होगे हो। ठीक है जी, तो इस करके इत्थे साडा आंसर हो गया जी ऑप्शन सी जी। नैक्सट क्वेश्चन है जी साडे कोल 24 नंबर। इफ़ यू मिसप्लेस योर ड्राइवर्स लाइसेंस वो कहता कि अगर तुहाडे कोलों तुहाडा ड्राइविंग लाइसेंस है जिहड़ा वो मिसप्लेस हो गया मतलब कि किते रखिया गया वा जां गवाच ही गया वा वाट शुड यू डू तो तुहानू की करना चाहिए। ठीक है जी, ऑप्शन ए कहता नथिंग इफ़ यू हैव अ फोटो कॉपी ऑफ इट। बी है टेक द एप्टीट्यूड टेस्ट एंड पास theoretical and practical exams। सी है जी अप्लाई फॉर अ डुप्लीकेट एट द प्रोविंशियल और लोकल ट्रैफिक ऑफिस जी। तो यदा आंसर है जी साढ़े कोल ऑप्शन सी जी कि सानू अगर मिसप्लेस हो गया तो अप्लाई कर देना चाहिए है फॉर अ डुप्लीकेट एक होर डुप्लीकेट लाइसेंस वास्ते एट द प्रोविंशियल और लोकल ट्रैफिक ऑफिस जिहड़ा भी साडी मतलब प्रोविंस दे विच हैगा वा इन्हां दा ऑफिस जित्थों इशू करदे आ उत्थे जां फिर जिहड़ा लोकल ट्रैफिक ऑफिस हैगा वा उत्थे सानू डुप्लीकेट लाइसेंस दे लई अप्लाई कर देना चाहिए अगर साडे कोलों मिसप्लेस हो गया साडा लाइसेंस जां गवाच गया है। ठीक है जी, तो नैक्सट क्वेश्चन है जी साडे कोल 25 नंबर। इन आ डबल रो वट इज़ प्रोहिबिटेड कि मतलब दूरी लैन दे विच डबल रो मतलब दूरी लैन दे विच वट इज़ प्रोहिबिटेड किस चीज़ की मनाही हैगी है। किस तरीके नाल कह रहा है कि एक गड्डी ऑलरेडी पार्क की हुई है उसके पिछे असीं फिर दूरी लैन च गड्डी अपना गड्डी लाइए वो दूजी लेन बन जाएगी तो उस लेन दे विच किस चीज़ की मनाही हैगी है ये पूछ रहा है। ऑप्शन ए कहता स्टॉपिंग। बी है स्टॉपिंग एंड पार्किंग। तो सी है पार्किंग जी। तो यदा आंसर है साडे कोल ऑप्शन सी जी के पार्किंग की डबल रो दे विच मनाही हैगी है जिमें कि फोटो में भी असीं देख रहे हैं खब्बे हत्थ वाली गड्डी डबल रो दे विच पार्क लगी है जां खड़ी है जो भी मतलब उन्होंने मनाही हैगी है कि पार्क नहीं कर सकता खड़ी जरूर कर सकता है। ठीक है, इस चीज़ नहीं भुलनी कि खड़ी भी नहीं कर सकता स्टॉप कर सकता खड़ी कर सकता लेकिन पार्क नहीं कर सकते डबल रो दे विच। ठीक है जी, तो इस करके इत्थे साडा आंसर हो गया जी ऑप्शन सी जी। नैक्सट क्वेश्चन है जी साडे कोल 26 नंबर। इज़ इट डेंजरस टू गैट एन इंसैक्ट आउट ऑफ व्हीकल कि ये खतरनाक हैगा टू गैट एन इंसैक्ट। इंसैक्ट की हुंदा वा कोई भी मतलब
ਜਿਵੇਂ ਅਸੀਂ ਇੱਥੇ ਮੱਖੀ ਦੇਖ ਰਹੇ ਹਾਂ, ਇੱਦਾਂ ਦੀ ਕੋਈ ਵੀ ਮਤਲਬ ਛੋਟੀ ਮੋਟਾ ਜਿਹੜਾ ਜੀਵ ਜੰਤੂ ਹੁੰਦਾ ਉਹਨੂੰ ਇਨਸੈਕਟ ਬੋਲਦੇ ਆ। ਮਧੂ ਮੱਖੀ ਹੋ ਗਈ ਜਾਂ ਨੋਰਮਲ ਮੱਖੀ ਹੋ ਗਈ ਜਾਂ ਮੱਛਰ ਹੋ ਗਿਆ, ਇਹ ਆਉਂਦੇ ਆ ਇਨਸੈਕਟ ਦੇ ਵਿੱਚ। ਇੱਦਾਂ ਦੇ ਵਰਡ ਟਰਾਈ ਕਰਿਆ ਕਰੋ, ਲਿਖ ਲਿਆ ਕਰੋ ਅਗਰ ਕਾਪੀ ਪੈਨ ਨੇੜੇ ਹੁੰਦਾ ਤਾਂ ਕਿ ਤੁਹਾਨੂੰ ਰਿਵੀਜ਼ਨ ਕਰਨ ਵਿੱਚ ਆਸਾਨੀ ਹੋਵੇ ਔਰ ਯਾਦ ਰਹਿ ਜਾਵੇ। ਠੀਕ ਹੈ ਜੀ। ਤਾਂ ਉਹ ਕਹਿੰਦਾ ਵੀ ਕੀ ਇਹ ਖਤਰਨਾਕ ਹੋ ਸਕਦਾ ਕਿ ਇੱਕ ਇਨਸੈਕਟ ਨੂੰ ਆਊਟ ਆਫ ਵਹੀਕਲ, ਕਿ ਤੁਸੀਂ ਉਹਨੂੰ ਬਾਹਰ ਕਰਨਾ ਵਾ ਵਾਈਲ ਡਰਾਈਵਿੰਗ, ਜਦੋਂ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਕੀ ਉਹ ਕਹਿੰਦਾ ਖਤਰਨਾਕ ਹੋ ਸਕਦਾ ਇਸ ਤਰ੍ਹਾਂ ਕਰਨਾ। ਆਪਸ਼ਨ ਏ ਕਹਿੰਦਾ ਯੈਸ ਬਿਕੋਜ਼ ਇਟ ਕੈਨ ਡਿਸਟਰੈਕਟ ਦਾ ਡਰਾਈਵਰ। ਬੀ ਹੈਗਾ ਨੋ ਨੋਟ ਇਫ ਯੂ ਆਰ ਡਰਾਈਵਿੰਗ ਐਟ ਅ ਸਲੋ ਸਪੀਡ। ਅਤੇ ਸੀ ਹੈ ਜੀ ਨੋ ਇਟ ਇਜ਼ ਆਕੂਪਾਈਂਗ ਦਾ ਡਰਾਈਵਰ ਫॉर ਅ ਸ਼ਾਰਟ ਟਾਈਮ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਇਹ ਖਤਰਨਾਕ ਹੋ ਸਕਦਾ ਹੈ ਕਿਉਂਕਿ ਕਿਉਂਕਿ ਇਟ ਕੈਨ ਡਿਸਟਰੈਕਟ ਦਾ ਡਰਾਈਵਰ। ਡਿਸਟਰੈਕਟ ਮਤਲਬ ਧਿਆਨ ਦਾ ਭਟਕਣਾ, ਤਾਂ ਉਹ ਕਹਿੰਦਾ ਇਹ ਧਿਆਨ ਨੂੰ ਡਰਾਈਵਰ ਦੇ ਭਟਕਾ ਸਕਦਾ, ਇਸ ਕਰਕੇ ਇਹ ਖਤਰਨਾਕ ਹੋ ਸਕਦਾ ਹੈ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 27 ਨੰਬਰ। ਅ ਕ੍ਰਾਸ ਵਿੰਡ ਬਲੋਜ਼ ਫਰੋਮ ਦਾ ਰਾਈਟ ਸਾਈਡ। ਕਿ ਸੱਜੇ ਹੱਥ ਤੋਂ, ਕ੍ਰਾਸ ਵਿੰਡ ਮਤਲਬ ਤੇਜ਼ ਹਵਾ ਬਲੋ ਕਰਦੀ ਪਈ ਹੈ, ਮਤਲਬ ਕਿ ਵਗਦੀ ਪਈ ਹੈ ਸੱਜੇ ਹੱਥ ਤੋਂ। ਠੀਕ ਹੈ। ਵੈਨ ਇਜ਼ ਇਟ ਮੋਰ ਡੇਂਜਰਸ। ਤਾਂ ਇਹ ਕਦੋਂ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਠੀਕ ਹੈ ਜੀ। ਆਪਸ਼ਨ ਇਹਦੇ ਵਿੱਚ ਕਹਿੰਦਾ ਵੈਨ ਯੂ ਆਰ ਡਰਾਈਵਿੰਗ ਬਿਹਾਈਂਡ ਆ ਲਾਰਜ ਵਹੀਕਲ। ਬੀ ਹੈਗਾ ਵੈਨ ਆ ਲਾਰਜ ਵਹੀਕਲ ਓਵਰਟੇਕਸ ਯੂ। ਅਤੇ ਸੀ ਹੈ ਜੀ ਵੈਨ ਯੂ ਓਵਰਟੇਕ ਆ ਲਾਰਜ ਸਾਈਜ਼ ਵਹੀਕਲ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਵੈਨ ਯੂ ਓਵਰਟੇਕ, ਕਿ ਜਦੋਂ ਤੁਸੀਂ ਓਵਰਟੇਕ ਕਰਦੇ ਹੋ ਅ ਲਾਰਜ ਸਾਈਜ਼ ਵਹੀਕਲ, ਮਤਲਬ ਕਿਸੇ ਵੱਡੇ ਸਾਈਜ਼ ਦੇ ਵਹੀਕਲ ਨੂੰ, ਗੱਡੀ ਨੂੰ ਤੁਸੀਂ ਓਵਰਟੇਕ ਕਰਦੇ ਹੋ, ਉਸ ਸਮੇਂ ਇਸ ਤਰ੍ਹਾਂ ਸੱਜੇ ਹੱਥ ਤੋਂ ਚੱਲਦੀ ਹੋਈ ਤੇਜ਼ ਹਵਾ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ ਜੀ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਵੈਨ ਆ ਲੇਨ ਇਜ਼ ਡੀਲੀਨੀਏਟਿਡ। ਕਿ ਜਦੋਂ ਇੱਕ ਲੇਨ ਨੂੰ ਡੀਲੀਨੀਏਟ ਦਾ ਮਤਲਬ ਕਿ ਵੰਡਿਆ ਹੋਇਆ ਲੇਨਾਂ ਦੇ ਵਿੱਚ, ਉਹਨੂੰ ਬੋਲਦੇ ਆ ਡੀਲੀਨੀਏਟਿਡ ਔਨ ਬੋਥ ਸਾਈਡਸ, ਦੋਵੇਂ ਪਾਸੇ ਦੋਵੇਂ ਸਾਈਡਾਂ 'ਤੇ ਵਿਦ ਡੈਸ਼ ਡਬਲ ਲਾਈਨ। ਔਰ ਉੱਥੇ ਕੀ ਹੈਗੀਆਂ ਡੈਸ਼ ਡਬਲ ਲਾਈਨ ਹੈਗੀਆਂ ਵਾ, ਜੇ ਤੁਸੀਂ ਫੋਟੋ 'ਚ ਵੀ ਦੇਖ ਰਹੇ ਹੋ, ਜਿਹੜੀਆਂ ਪੱਟੀਆਂ ਵਾਹੀਆਂ ਹੋਈਆਂ ਵਿਚਕਾਰ, ਮਤਲਬ ਦੋਵੇਂ ਪਾਸੇ ਡੈਸ਼ ਮਾਰੇ ਹੋਏ ਆ, ਤਾਂ ਉਹਨੂੰ ਬੋਲਦੇ ਆ ਡੈਸ਼ ਡਬਲ ਲਾਈਨ। ਵਾਟ ਸ਼ੁੱਡ ਡਰਾਈਵਰਸ ਡੂ। ਤਾਂ ਡਰਾਈਵਰਸ ਨੂੰ ਕੀ ਕਰਨਾ ਚਾਹੀਦਾ। ਠੀਕ ਹੈ ਜੀ। ਆਪਸ਼ਨ ਏ ਹੈ ਜੀ ਅਮੰਗ ਅਦਰ ਰੂਲਸ ਇਫ ਟਰੈਵਲ ਇਜ਼ ਰੈਗੂਲੇਟਿਡ ਬਾਈ ਲੇਨ ਸਪੈਸੀਫਿਕ ਟ੍ਰੈਫਿਕ ਲਾਈਟਸ ਓਬੇ ਦਾ ਲਾਈਟਸ। ਬੀ ਹੈ ਜੀ ਯੂਜ਼ ਇਟ ਓਨਲੀ ਟੂ ਓਵਰਟੇਕ ਐਟ ਅ ਮੈਕਸੀਮਮ ਸਪੀਡ ਆਫ 80 ਕਿਲੋਮੀਟਰਸ ਪਰ ਆਰ। ਅਤੇ ਸੀ ਹੈ ਜੀ ਨੋਟ ਟਰੈਵਲ ਥਰੂ ਇਟ ਬਿਕੋਜ਼ ਟਰੈਵਲ ਦੇਅਰ ਇਜ਼ ਪ੍ਰੋਹਿਬਿਟਿਡ। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਅਮੰਗ ਅਦਰ ਰੂਲਸ, ਕਿ ਹੋਰਾਂ ਰੂਲਾਂ ਦੇ ਨਾਲ ਨਾਲ ਇਫ ਟਰੈਵਲ ਇਜ਼ ਰੈਗੂਲੇਟਿਡ, ਕਿ ਅਗਰ ਜਿਹੜਾ ਟਰੈਵਲ ਹੈ, ਜਿਹੜਾ ਟਰੈਫਿਕ ਹੈ, ਦੋਵੇਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ, ਟਰੈਵਲ ਵੀ ਕਹਿ ਸਕਦੇ ਹਾਂ ਜਾਂ ਟਰੈਫਿਕ ਵੀ ਕਹਿ ਸਕਦੇ ਹਾਂ। ਇਜ਼ ਰੈਗੂਲੇਟਿਡ ਮਤਲਬ ਕਿ ਨਿਯੰਤਰਿਤ ਕੀਤਾ ਜਾ ਰਿਹਾ ਹੈ ਬਾਈ ਲੇਨ ਸਪੈਸੀਫਿਕ ਟਰੈਫਿਕ ਲਾਈਟਸ। ਲੇਨ ਸਪੈਸੀਫਿਕ ਟਰੈਫਿਕ ਲਾਈਟਸ ਕਿਹੜੀਆਂ ਹੁੰਦੀਆਂ, ਕਿ ਹਰ ਇੱਕ ਲੇਨ ਦੇ ਲਈ ਅਲੱਗ-ਅਲੱਗ ਲਾਈਟ ਲੱਗੀ ਹੋਏਗੀ ਲੇਨ ਦੇ ਉੱਪਰ ਵਾਲੇ ਪਾਸੇ। ਉਹਨਾਂ ਹਾਲਾਤਾਂ ਵਿੱਚ ਓਬੇ ਦਾ ਲਾਈਟਸ, ਤਾਂ ਸਾਨੂੰ ਲਾਈਟਾਂ ਨੂੰ ਮੰਨਣਾ ਚਾਹੀਦਾ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਜਿਹੜੇ ਰੈਗੂਲਰ ਵੀਡੀਓਜ਼ ਦੇਖ ਰਹੇ ਉਹਨਾਂ ਨੂੰ ਪਤਾ ਹੋਏਗਾ ਕਿ ਆਪਾਂ ਰਿਵਰਸੀਬਲ ਲੇਨਸ ਦੀ ਕਾਫੀ ਵਾਰੀ ਗੱਲ ਕਰ ਚੁੱਕੇ ਹਾਂ, 3-4 ਕੁਐਸਚਨ ਹੁਣ ਤੱਕ ਆ ਚੁੱਕੇ ਆ। ਲੇਕਿਨ ਸਾਈਨ ਆਈ ਥਿੰਕ ਸੋ ਫਸਟ ਟਾਈਮ ਆਇਆ ਹੈ। ਤਾਂ ਇਹ ਜਿਹੜਾ ਤੁਸੀਂ ਸਾਈਨ ਦੇਖ ਰਹੇ ਹੋ, ਬੋਥ ਸਾਈਡ ਤੋਂ ਡੈਸ਼ ਡਬਲ ਲਾਈਨਸ ਹੈਗੀਆਂ ਵਾ, ਇਹਨਾਂ ਨੂੰ ਰਿਵਰਸੀਬਲ ਲੇਨਸ ਵੀ ਬੋਲਦੇ ਹੈ। ਠੀਕ ਹੈ। ਰਿਵਰਸੀਬਲ ਲੇਨਸ ਕਿਹੜੀਆਂ ਹੁੰਦੀਆਂ ਵਾ, ਜਿਨ੍ਹਾਂ ਵਿੱਚ ਟਰੈਫਿਕ ਆ ਵੀ ਜਾ ਸਕਦਾ ਹੈ ਔਰ ਜਾ ਵੀ ਸਕਦਾ ਹੈ ਅਲੱਗ-ਅਲੱਗ ਟਾਈਮਾਂ 'ਤੇ। ਉਹ ਫਿਰ ਤੁਹਾਨੂੰ ਟਰੈਫਿਕ ਲਾਈਟ ਦੇ ਨਾਲ ਦੱਸਣਗੇ, ਜਿਵੇਂ ਕਿ ਇਹਨਾਂ ਨੇ ਕਿਹਾ ਵਾ ਇੱਥੇ ਵੀ ਆਨਸਰ ਦੇ ਵਿੱਚ ਵੀ, ਕਿ ਓਬੇ ਦਾ ਲਾਈਟਸ,
ਤਾਂ ਅਸੀਂ ਉਹਦੇ ਅਕੋਰਡਿੰਗ ਟ੍ਰੈਫਿਕ ਲਾਈਟਸ ਨੂੰ ਮੰਨਾਂਗੇ ਜੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 29 ਨੰਬਰ, ਵੈਨ ਆਰ ਡਰਾਈਵਰ ਪਾਰਕਸ ਦਿਸ ਵਹੀਕਲ, ਕਿ ਜਦੋਂ ਇੱਕ ਡਰਾਈਵਰ ਪਾਰਕ ਕਰਦਾ ਹੈ ਆਪਣੀ ਗੱਡੀ ਨੂੰ, ਜਿਹੜੀ ਆਪਾਂ ਫੋਟੋ 'ਚ ਦੇਖ ਰਹੇ ਹਾਂ, ਇਨ ਐਨ ਅਪ ਗ੍ਰੇਡੀਐਂਟ। ਅਪ ਗ੍ਰੇਡੀਐਂਟ ਕੀ ਹੁੰਦਾ ਜੀ? ਚੜ੍ਹਾਈ ਨੂੰ ਬੋਲਦੇ ਆ। ਹੀ ਔਰ ਸ਼ੀ ਮਸਟ, ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ ਜਾਂ ਠੀਕ ਹੈ ਜੀ। ਆਪਸ਼ਨ ਏ ਹੈ ਜੀ ਸਿਲੈਕਟ ਰਿਵਰਸ ਗੇਅਰ ਓਨਲੀ, ਬੀ ਹੈ ਜੀ ਪੁੱਟ ਦਾ ਪਾਰਕਿੰਗ ਬ੍ਰੇਕ, ਅਤੇ ਸੀ ਹੈ ਜੀ ਲੀਨ ਵਨ ਆਫ ਦਾ ਫਰੰਟ ਟਾਇਰਸ ਅਗੇਂਸਟ ਦਾ ਕਰਬ ਸਾਈਡ ਫੇਸਿੰਗ ਦਾ ਮਿਡਲ ਆਫ ਦਾ ਰੋਡਵੇ ਜੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਉਸ ਨੂੰ ਜਿਹੜੀਆਂ ਪਾਰਕਿੰਗ ਬ੍ਰੇਕ ਹੈ ਉਹਨੂੰ ਲਗਾ ਦੇਣਾ ਚਾਹੀਦਾ ਹੈ ਜਦੋਂ ਇੱਦਾਂ ਚੜ੍ਹਾਈ ਦੇ ਉੱਪਰ ਗੱਡੀ ਖੜੀ ਕੀਤੀ ਹੋਵੇ, ਅਪ ਗ੍ਰੇਡੀਐਂਟ ਦੇ ਉੱਪਰ ਗੱਡੀ ਖੜੀ ਕੀਤੀ ਹੋਵੇ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 30 ਨੰਬਰ, ਔਰ ਇਸ ਟੈਸਟ ਦਾ ਲਾਸਟ ਕੁਐਸਚਨ, ਡਜ਼ ਸਪੀਡ ਅਫੈਕਟ ਦਾ ਰਿਸਪੋਂਸਿਵਨੈਸ ਆਫ ਦਾ ਡਰਾਈਵਰ, ਕਿ ਕੀ ਜਿਹੜੀ ਸਪੀਡ ਹੈਗੀ ਆ ਉਹ ਪ੍ਰਭਾਵਿਤ ਕਰਦੀ ਹੈ। ਰਿਸਪੋਂਸਿਵਨੈਸ ਮਤਲਬ ਕਿ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਰਿਐਕਟ ਕਰਨਾ ਵਾ ਜਾਂ ਰਿਸਪੌਂਸ ਦੇਣਾ ਵਾ ਉਸ ਚੀਜ਼ ਨੂੰ ਡਰਾਈਵਰ ਦੀ। ਠੀਕ ਹੈ ਜੀ। ਆਪਸ਼ਨ ਏ ਜੀ ਯੈਸ, ਬੀ ਹੈਗਾ ਨੋ ਇਟ ਇਜ਼ ਜਸਟ ਅ ਮੈਟਰ ਆਫ ਐਕਸਪੀਰੀਅੰਸ, ਅਤੇ ਸੀ ਹੈ ਜੀ ਨੋ ਇਟ ਓਨਲੀ ਅਫੈਕਟਸ ਰਿਐਕਸ਼ਨ ਟਾਈਮ ਜੀ। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਸਪੀਡ ਹੈ ਜਿਹੜੀ ਗਤੀ ਹੈ ਸਾਡੀ ਗੱਡੀ ਦੀ ਉਹ ਪ੍ਰਭਾਵਿਤ ਕਰਦੀ ਹੈ ਸਾਡੀ ਰਿਸਪੋਂਸਿਵਨੈਸ ਨੂੰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਤਾਂ ਇਸ ਦੇ ਨਾਲ ਹੀ ਆਪਣਾ ਇਹ ਟੈਸਟ ਇੱਥੇ ਖਤਮ ਹੁੰਦਾ ਜੀ। ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ, ਔਰ ਅਗਰ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਕਮੈਂਟ ਕਰਕੇ ਦੱਸਿਓ, ਔਰ ਅਗਰ ਸਾਰੇ ਕੁਐਸਚਨ ਸਮਝ ਆ ਗਏ ਤਾਂ ਵੀ ਪਲੀਜ਼ ਜ਼ਰੂਰ ਕਮੈਂਟ ਦੇ ਵਿੱਚ ਕੋਈ ਨਾ ਕੋਈ ਫੀਡਬੈਕ ਜ਼ਰੂਰ ਦਿਆ ਕਰਿਓ, ਤਾਂ ਕਿ ਥੋੜ੍ਹਾ ਜਿਹਾ ਹੌਸਲਾ ਅਫਜ਼ਾਈ ਮਿਲਦੀ ਹੈ, ਔਰ ਹੋਰ ਜ਼ਿਆਦਾ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਕੋਈ ਗਲਤੀ ਹੋਵੇ ਤਾਂ ਦੱਸਿਆ ਕਰੋ ਉਹਦੇ ਬਾਰੇ ਵੀ। ਅਤੇ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਟੈਸਟ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।